ਤੁਹਾਨੂੰ ਪਰਮੇਸ਼ਰ ਹੀ ਮੰਨ ਰਿਹਾ ਹਾਂ। ਸੁਣ ਕੈ ਸ੍ਰੀ ਗੁਰ ਗਿਰਾ ਉਚਾਰੀ, ਸੁਣ ਕੇ ਸਤਿਗੁਰਾਂ ਨੇ ਉਸ ਦੀ ਬੇਨਤੀ ਨੂੰ ਸਤਿਗੁਰਾਂ ਨੇ ਬਚਨ ਕੀਤਾ। ਜੇ ਕਿਛ ਚਾਹੋ ਹਵੈ ਹਿਰਦੈ ਮਜਾਰੀ। ਪਾਤਸ਼ਾਹ ਨੇ ਕਿਹਾ ਕੋਈ ਦਿਲ ਵਿੱਚ ਚਾਹਨਾ ਰਹਿ ਨਾ ਜਾਏ, ਜੇ ਮਨ ਵਿੱਚ ਹੋਰ ਅਜੇ ਪਤਾਲ ਆਕਾਸ਼ ਵੇਖਣ ਦੀ ਇੱਛਾ ਹੈ ਤਾਂ ਦੱਸ। ਦੇਖੋ ਔਰ ਆਕਾਸ਼ ਪਤਾਲਾ। ਪਾਤਸ਼ਾਹ ਨੇ ਕਿਹਾ ਜੇ ਕਹੇ ਤਾਂ ਹੋਰ ਦੇਖ ਹਾਲੇ ਆਕਾਸ਼ ਪਤਾਲ। ਅੰਤ ਨਹੀਂ ਕਛ ਰਹੇ ਵਿਸ਼ਾਲਾ। ਮਹਾਰਾਜ ਨੇ ਕਿਹਾ ਜੇ ਪ੍ਰਮਾਤਮਾ ਦੇ ਬਣਾਇਆਂ ਦਾ ਕੋਈ ਅੰਤ ਨਹੀਂ, ਰਹੇ ਵਿਸਾਲਾ। ਅਜੇ ਤੇ ਰਹਿ ਗਏ ਨੇ ਬਹੁਤ ਸਾਰੇ ਦਿਖਾਲਣ ਵਾਲੇ ਤੈਨੂੰ, ਅਜੇ ਤੇ ਬਹੁਤ ਕੁਛ ਨਹੀਂ ਦੇਖਿਆ। ਜੇਕਰ ਅਕੁਲਾਵਾ ਚਿਤ ਤੋਰਾ। ਪਾਤਸ਼ਾਹ ਨੇ ਕਿਹਾ ਤੇਰੇ ਲਈ ਦੋਨੇ ਹੀ ਗੱਲਾਂ ਨੇ। ਜੇ ਤੇਰਾ ਮਨ ਅੱਕ ਗਿਆ ਹੁਣ ਦੇਖ ਦੇਖ ਕੇ, ਚਲਿਓ ਚਾਹਤ ਹੈ ਆਪਣੇ ਠੌਰਾ। ਜੇ ਤੂੰ ਚੱਲਣਾ ਚਾਹੁੰਦਾ ਹੈ ਵਾਪਸ ਹੁਣ ਆਪਣੇ ਥਾਂ ਤੇ ਬਗਦਾਦ ਵਿੱਚ, ਤਵ ਪਿਤ ਨਿਸ਼ਚਾ ਆਵਹਿ ਜੈਸੇ। ਤੇ ਇਉਂ ਕਰ, ਇੱਕ ਕੰਮ ਕਰ ਕਿ ਤੇਰੇ ਪਿਤਾ ਨੂੰ ਜਿਸ ਗੱਲ ਦੇ ਨਾਲ ਵਿਸ਼ਵਾਸ ਆ ਜਾਵੇ ਉਹ ਕੰਮ ਕਰ। ਅਰਜ ਕਰੋ ਆਪ ਅਬ ਤੈਸੇ। ਉਸੇ ਤਰ੍ਹਾਂ ਦਾ ਇੱਕ ਕਾਰਜ ਕਰ। ਪਾਤਸ਼ਾਹ ਨੇ ਕਿਹਾ ਮੈਂ ਤੈਨੂੰ ਦੱਸ ਦਿੰਦਾ ਹਾਂ, ਉਹ ਕੰਮ ਕਰ। ਸੰਗਤ ਮਹਿ ਪੰਚਾਮਿਤ ਹੋਈ। ਪਾਤਸ਼ਾਹ ਨੇ ਕਿਹਾ ਜਿੱਥੇ ਜਿੱਥੇ ਸੰਗਤਾਂ ਨਾਮ ਜਪ ਰਹੀਆਂ ਨਾ, ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮੰਡਾਂ ਖੰਡਾਂ ਦੇ ਵਿੱਚ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਦੀਆਂ ਸੰਗਤਾਂ ਕੀਰਤਨ ਕਥਾ ਸੁਣਦੀਆਂ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਬੜੀ ਜਗ੍ਹਾ ਤੇ ਸੰਗਤਾਂ ਨੇ। ਮਹਾਰਾਜ ਪਾਤਸ਼ਾਹ ਨੇ ਕਿਹਾ ਸੰਗਤ ਦੇ ਵਿੱਚ ਪੰਚਾਮ੍ਰਿਤ ਵਰਤ ਰਿਹਾ ਹੈ। ਇਹੀ ਜਿਹੜਾ ਪੰਚਾਮ੍ਰਿਤ ਸਾਧ ਸੰਗਤ ਜੀ ਪ੍ਰਸ਼ਾਦ ਆਪਾਂ ਛਕਦੇ ਹਾਂ, ਪੰਚਾ ਅੰਮ੍ਰਿਤ ਦਾ ਪ੍ਰਾਤਨ ਗੁਰਸਿੱਖਾਂ ਨੇ ਨਾਮ ਰੱਖਿਆ ਸੀਗਾ। ਤ੍ਰਿਭਾਵਲ ਵੀ ਇਸ ਨੂੰ ਕਹਿੰਦੇ ਆ, ਕੜਾਹ ਪ੍ਰਸ਼ਾਦ ਵੀ ਇਸ ਨੂੰ ਕਹਿੰਦੇ ਆ, ਕਿਣਕਾ ਪ੍ਰਸ਼ਾਦ ਵੀ ਇਸ ਨੂੰ ਕਹਿੰਦੇ ਆ। ਪਾਤਸ਼ਾਹ ਨੇ ਕਿਹਾ ਉਹ ਵਰਤ ਰਿਹਾ ਹੈ ਸਾਧ ਸੰਗਤ ਦੇ ਵਿੱਚ। ਤਹਿ ਤੇ ਲੈ ਕਰ ਚਲੀਏ ਸੋਈ। ਪਾਤਸ਼ਾਹ ਨੇ ਕਿਹਾ ਉਹ ਪ੍ਰਸ਼ਾਦ ਲੈ ਕੇ ਚੱਲੀਏ ਆਪਾਂ ਸਾਧ ਸੰਗਤ ਦੇ ਵਿੱਚੋਂ। ਅਸ ਕਹਿ ਗਏ ਜਹਾਂ ਸਤ ਸੰਗਤ। ਇਸ ਤਰ੍ਹਾਂ ਕਹਿ ਕੇ ਸੱਚੇ ਸਤਿਗੁਰੂ ਜੀ ਉਸ ਨੂੰ ਨਾਲ ਲੈ ਕੇ ਉੱਥੇ ਗਏ ਨੇ ਹੁਣ ਉਹਨਾਂ ਧਰਤੀਆਂ ਦੇ ਉੱਤੇ ਜਿੱਥੇ ਜਿੱਥੇ ਸਤਿਗੁਰੂ ਦੀ ਸਾਧ ਸੰਗਤ ਹੈ। ਬੈਠੀ ਸੰਤਨ ਕੀ ਸ਼ੁਭ ਪੰਗਤ। ਉੱਥੇ ਸਾਧ ਸੰਗਤ ਬੈਠੀ ਹੋਈ ਹੈ। ਸ਼ੁਭ ਪੰਗਤ ਭਾਵ ਹੈ ਕਿ ਪੰਗਤਾਂ ਦੇ ਰੂਪ ਦੇ ਵਿੱਚ ਸੰਗਤਾਂ ਲਾਈਨਾਂ ਦੀਆਂ ਲਾਈਨਾਂ ਬਣ ਕੇ ਬੈਠੀਆਂ ਹੋਈਆਂ ਨੇ। ਸ੍ਰੀ ਗੁਰ ਕੋ ਅਵਲੋਕਾ ਜਬ ਹੀ। ਜਦੋਂ ਉਸ ਸਾਧ ਸੰਗਤ ਨੇ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਆਇਆਂ ਹੋਇਆਂ ਦੇ ਦਰਸ਼ਨ ਕੀਤੇ, ਔਰ ਪਰ ਹਰਖ ਉੱਠੇ ਸਭ ਤਬ ਹੀ। ਹਿਰਦੇ ਦੇ ਵਿੱਚ ਖੁਸ਼ੀ ਭਰ ਕੇ ਤੇ ਉਹ ਸਾਰੀ ਸੰਗਤ ਉੱਠ ਪਈ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਣ ਲਈ। ਪਦ ਪੰਕਜ ਪਰ ਬੰਧਨ ਧਾਰੀ। ਉਹ ਜੋ ਸੰਗਤਾਂ ਬੈਠੀਆਂ ਸਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਬੈਠਾਰੇ ਪੁਨ ਸਭਾ ਮਜਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਸੰਗਤਾਂ ਨੇ ਉੱਚੇ ਸਿੰਘਾਸਣ ਤੇ ਫਿਰ ਬਿਠਾਇਆ ਹੈ। ਦੀਪ ਬਾਲ ਆਰਤੀ ਉਤਾਰੀ। ਉਹਨਾਂ ਸੰਗਤਾਂ ਨੇ ਖੁਸ਼ੀ ਮਨਾਈ ਕਿ ਸਾਡੇ ਪਾਤਸ਼ਾਹ ਸਾਨੂੰ ਦਰਸ਼ਨ ਦੇਵਣ ਆਏ ਨੇ। ਦੀਪ ਬਾਲ ਆਰਤੀ ਉਤਾਰੀ। ਉਹਨਾਂ ਸੰਗਤਾਂ ਨੇ ਉਸ ਮੌਕੇ ਦੇ ਮੁਤਾਬਕ ਸਤਿਕਾਰ ਕੀਤਾ। ਜਿਵੇਂ ਆਪਾਂ ਫੁੱਲ ਚੜਾਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸੁਗੰਧੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਰਮਾਲਿਆਂ ਨੂੰ ਲਗਾਉਂਦੇ ਆ। ਇਹ ਪ੍ਰਾਚੀਨ ਸਮੇਂ ਦੇ ਵਿੱਚ ਜਿਹੜੇ ਹੁਣ ਆਪਾਂ ਨੂੰ ਪਰਫਿਊਮ ਮਿਲ ਜਾਂਦੇ ਆ, ਸੈਂਟ ਮਿਲ ਜਾਂਦੇ, ਉਹ ਨਹੀਂ ਸੀ ਮਿਲਦੇ ਉਹਨਾਂ ਸਮਿਆਂ 'ਚ। ਸਾਧ ਸੰਗਤ ਜੀ ਫਿਰ ਦੇਸੀ ਘਿਓ ਦੀ ਸੁਗੰਧੀ ਜਿਹੜੀ ਹੈ ਉਹਦਾ ਮੁਕਾਬਲਾ ਇਹ ਸੈਂਟ ਜਿਹੜੇ ਪਰਫਿਊਮ ਇਹ ਕਰ ਨਹੀਂ ਸਕਦੇ। ਵੈਸੇ ਦੇਸੀ ਘਿਓ ਨੂੰ ਕੋਲਿਆਂ ਤੇ ਰੱਖ ਕੇ ਉਹਦੀ ਸੁਗੰਧੀ ਇਹ ਸਭ ਤੋਂ ਵੱਡਾ ਧੂਫ ਹੈ। ਔਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰੀ, ਭਾਵ ਸਤਿਕਾਰ ਕੀਤਾ, ਧੂਫ ਦਿਖਾਇਆ। ਪੂਜਨ ਕੀਨ ਪ੍ਰਸ਼ੰਸ ਉਚਾਰੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਸ਼ੰਸਾ ਸਾਧ ਸੰਗਤਾਂ ਨੇ ਬੜੀ ਕੀਤੀ ਤੇ ਸਤਿਗੁਰਾਂ ਦਾ ਸਤਿਕਾਰ ਕੀਤਾ, ਭਾਵ ਪੂਜਾ ਕੀਤੀ। ਕਰ ਪੰਚਾਮ੍ਰਿਤ ਕੋ ਭਲ ਰੀਤੀ। ਪੰਚਾਮ੍ਰਿਤ ਪ੍ਰਸ਼ਾਦ ਉੱਥੇ ਵਰਤ ਰਿਹਾ ਸੀ। ਸਾਧ ਸੰਗਤ ਨੇ ਫਿਰ ਦੁਬਾਰਾ ਪ੍ਰਸ਼ਾਦ ਉੱਥੇ ਬਣਾਇਆ। ਇਹ ਅਰਦਾਸ ਖਰੇ ਯੁਤ ਪ੍ਰੀਤੀ। ਬੜੀ ਪ੍ਰੀਤੀ ਦੇ ਨਾਲ ਉੱਥੇ ਦੀਆਂ ਸਾਧ ਸੰਗਤਾਂ ਨੇ ਖਲੋ ਕੇ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕੀਤੀ। ਬਹਰੋ ਬਾਟ ਦੀਨ ਸਭ ਤਾਈ। ਉਹ ਜੋ ਪ੍ਰਸ਼ਾਦ ਉਹਨਾਂ ਨੇ ਦੁਬਾਰਾ ਬਣਾਇਆ, ਤਾਜ਼ਾ ਬਣਾਇਆ, ਫਿਰ ਸਾਰੀ ਸੰਗਤ ਵਿੱਚ ਉਹਨਾਂ ਨੇ ਵੰਡਿਆ ਹੈ। ਦੀਨ ਪੀਰ ਸੁਤ ਹਰਖ ਵਡਾਈ। ਫਿਰ ਉਹ ਪੀਰ ਦੇ ਪੁੱਤਰ ਨੇ ਵੀ ਬੜੀ ਖੁਸ਼ੀ ਦੇ ਨਾਲ ਉਹ ਕੜਾਹ ਪ੍ਰਸ਼ਾਦ ਜੋ ਸੀ ਉਹ ਲੈ ਲਿਆ ਤੇ ਇੱਕ ਕੌਲੇ ਦੇ ਵਿੱਚ ਪਵਾ ਲਿਆ। ਇਸ ਬਿਦ
ਬਹੁ ਸੰਗਤ ਕੇ ਮਾਹੀ। ਇਸ ਵਿਧੀ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬੜੀਆਂ ਥਾਵਾਂ ਤੇ ਸੰਗਤਾਂ ਦੇ ਵਿੱਚ ਉਸ ਪੀਰ ਦੇ ਲੜਕੇ ਨੂੰ ਲਿਜਾਇਆ ਦੂਜੀਆਂ ਧਰਤੀਆਂ ਤੇ। ਫਿਰੇ ਪ੍ਰਭੂ ਦਿਖਰਾਈ ਤਾਹੀ। ਸਤਿਗੁਰੂ ਪਾਤਸ਼ਾਹ ਨੇ ਸਭ ਦਿਖਲਾਇਆ ਹੈ ਤੇ ਆਪ ਵੀ ਮਹਾਰਾਜ ਨਾਲ ਗਏ ਨੇ। ਜਬ ਕਚ ਕੌਲ ਪੂਰ ਤਿਹ ਲੀਨਾ। ਜਦੋਂ ਉਸ ਦੇ ਹੱਥ ਵਿੱਚ ਜੋ ਕਚਕੌਲ ਸੀ, ਕੌਲਾ ਸੀ, ਉਹ ਭਰ ਗਿਆ ਉੱਪਰ ਤੱਕ ਪ੍ਰਸ਼ਾਦ ਲੈ ਲੈ ਕੇ। ਸ੍ਰੀ ਗੁਰ ਬਹੁਰ ਪਿਆਨੋ ਕੀਨਾ। ਕਦੋਂ ਫਿਰ ਸੱਚੇ ਸਤਿਗੁਰਾਂ ਨੇ ਇੱਧਰ ਨੂੰ ਇਸ ਮਾਤ ਲੋਕ ਇਸ ਧਰਤੀ ਵੱਲ ਨੂੰ ਆਉਣਾ ਕੀਤਾ। ਤਬ ਬਗਦਾਦ ਦੇਸ਼ ਮਹਿ ਆਏ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਉੱਥੇ ਬਗਦਾਦ ਧਰਤੀ ਤੇ ਉਸੇ ਜਗ੍ਹਾ ਦੇ ਉੱਤੇ ਸੱਚੇ ਸਤਿਗੁਰੂ ਜੀ ਆਣ ਪਹੁੰਚੇ। ਤੋ ਪੀਰ ਬੈਠਿਓ ਜਿਹ ਥਾਏ। ਜਿੱਥੇ ਬੈਠਾ ਸੀ ਪੀਰ ਦਸਤਗੀਰ, ਉੱਥੇ ਸਤਿਗੁਰੂ ਜੀ ਆਣ ਉਤਰੇ ਹਨ ਫੇਰ ਉਹਦੇ ਲੜਕੇ ਦੇ ਸਮੇਤ। ਪੂਜਨ ਕੀਨ ਪੀਰ ਸੁਤ ਤਾਈ। ਜੋ ਪੀਰ ਦਸਤਗੀਰ ਸੀ ਉਹ ਬੜੀ ਜਲਦੀ ਦੇ ਨਾਲ ਆਪਣੇ ਲੜਕੇ ਨੂੰ ਪੁੱਛਣ ਲੱਗਾ, ਛੇਤੀ ਛੇਤੀ ਕਾਹਲਾ ਪਿਆ ਹੋਇਆ। ਲੱਖ ਪਤਾਲ ਨਭ ਦੇਖੇ ਜਾਈ। ਕੀ ਪੁੱਤਰ ਤੂੰ ਭਲਾ ਲੱਖਾਂ ਪਤਾਲ ਤੇ ਆਕਾਸ਼ ਦੇਖੇ ਨੇ ਜਾ ਕੇ ਕਿ ਨਹੀਂ? ਐ ਫਕੀਰ ਨਾ ਝੂਠ ਅਲਾਏ। ਕਿ ਜਾਂ ਇਹ ਜੋ ਫਕੀਰ ਆਇਆ ਇਹਨੇ ਝੂਠ ਹੀ ਆਖਿਆ ਹੈ ਕਿ ਜਾਂ ਤੂੰ ਦੇਖੇ ਹਨ। ਅਟਕੈ ਤੂਰਨ ਤੁਮ ਚਲੇ ਆਏ। ਤੁਸੀਂ ਬੜੀ ਜਲਦੀ ਵਾਪਸ ਆ ਗਏ ਜੇ। ਉਹ ਦਸਤਗੀਰ ਪੀਰ ਕਹਿ ਰਿਹਾ ਬੜੀ ਜਲਦੀ ਵਾਪਸ ਆ ਗਏ ਜੇ, ਵੇਖੇ ਵੀ ਹਨ ਕਿ ਨਹੀਂ? ਬਿਸਮਿਓ ਦਸਤਗੀਰ ਸੁਤ ਸੁਨ ਕੈ। ਇਹ ਦਸਤਗੀਰ ਦਾ ਪੁੱਤਰ ਆਪਣੇ ਪਿਓ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਰਹਿ ਗਿਆ ਵੀ ਪਿਤਾ ਕਹਿ ਰਿਹਾ ਤੁਸੀਂ ਬੜੀ ਜਲਦੀ ਆ ਗਏ ਜੇ। ਅਤਿਸ਼ੈ ਅਚਰਜ ਕੋ ਮਨ ਗੁਣ ਕੈ। ਬੜਾ ਅਸਚਰਜ ਆਪਣੇ ਮਨ ਵਿੱਚ ਹੈਰਾਨ ਹੋ ਕਰਕੇ ਕਹਿਣ ਲੱਗਾ। ਕਹਿਣ ਲੱਗਿਓ ਹੈ ਪਿਤਾ ਸੁਨੀਜੈ। ਕਹਿੰਦਾ ਹੈ ਪਿਤਾ ਜੀ ਮੇਰੀ ਗੱਲ ਸੁਣੋ। ਇਹ ਦਰਵੇਸ਼ ਖੁਦਾਏ ਲਖੀਜੈ। ਇਹ ਜੋ ਫਕੀਰ ਆਏ ਨੇ ਨਾ, ਦਰਵੇਸ਼ ਆਏ ਨੇ, ਸ੍ਰੀ ਨਾਨਕ ਸਾਹਿਬ ਸੱਚੇ ਸਤਿਗੁਰ ਇਹਨਾਂ ਨੂੰ ਖੁਦਾਏ ਲਖੀਜੈ, ਇਹਨਾਂ ਨੂੰ ਖੁਦਾ ਜਾਣਨਾ ਕਰ, ਰੱਬ ਜਾਣਨਾ ਕਰ। ਤੁਮ ਤੋ ਕਹਿਓ ਕਿ ਤੂਰਨ ਆਏ। ਹੇ ਪਿਤਾ ਤੂੰ ਤਾਂ ਕਹਿੰਦਾ ਹੈ ਕਿ ਬੜੀ ਜਲਦੀ ਅਸੀਂ ਆ ਗਏ ਹਾਂ, ਤੂੰ ਇਸ ਤਰ੍ਹਾਂ ਆਖੀ ਜਾ ਰਿਹਾ ਹੈ। ਕਿਤੇ ਸਹਸ ਹਮ ਬਰਖ ਬਿਤਾਏ। ਪਰ ਅਸੀਂ ਤੇ ਕਈ ਸਹਿਸ ਦਾ ਅਰਥ 100 ਵੀ ਕੀਤਾ ਜਾਂਦਾ ਤੇ 1000 ਵੀ ਕੀਤਾ ਜਾਂਦਾ। ਕਹਿੰਦਾ ਅਸੀਂ ਤੇ ਕਈ ਸਹਿਸ ਬਰਖ ਜਿਹੜੇ ਨੇ ਉਹ ਬਤਾਏ ਹਨ ਆਕਾਸ਼ਾਂ ਪਤਾਲਾਂ ਦੇ ਵਿੱਚ। ਲੱਖ ਪਤਾਲ ਆਕਾਸ਼ ਦਿਖਾਏ। ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਜਿਹੜੇ ਨੇ ਮੈਨੂੰ ਸੱਚੇ ਸਤਿਗੁਰੂ ਨੇ ਦਿਖਾਏ ਹਨ। ਬਹਰੋ ਓਰਕ ਹੱਥ ਨ ਆਏ। ਤੇ ਉਸ ਤੋਂ ਪਿੱਛੋਂ ਹੈ ਪਿਤਾ ਓੜਕ ਹੱਥ ਨਹੀਂ ਸੀ ਆਉਂਦੀ ਵੀ ਹੈ ਕਿੰਨੇ ਕਿੰਨੇ ਸਾਰੇ, ਅਸੀਂ ਤੇ ਵਿੱਚੇ ਛੱਡ ਕੇ ਆ ਗਏ ਹਾਂ। ਗਇਓ ਹਾਰ ਅਵਲੋਕਿਓ ਜਬ ਹੀ। ਕਹਿੰਦਾ ਮੈਂ ਤੇ ਦੇਖ ਦੇਖ ਕੇ ਥੱਕ ਗਿਆ ਤੇ ਹਾਰ ਗਿਆ। ਕਹਿ ਕਰ ਮੈਂ ਹਟਿਆ ਵਾ ਤਬ ਹੀ। ਕਹਿੰਦਾ ਮੈਂ ਆਪ ਕਹਿ ਕੇ ਆਪ ਬੇਨਤੀ ਕਰਕੇ ਤੇ ਵਾਪਸ ਆਇਆ ਹਾਂ। ਚਾਹੇ ਕਹੇ ਸੰਗਤ ਇਨ ਕੀ ਦੇਖੀ। ਆਪਣੇ ਬਾਪ ਨੂੰ ਦੱਸ ਰਿਹਾ, ਕਹਿੰਦਾ ਜਿੱਥੇ ਕਿੱਥੇ ਵੀ ਧਰਤੀਆਂ ਤੇ ਗਏ ਹਾਂ ਇਹਨਾਂ ਸਤਿਗੁਰਾਂ ਦੀ ਉੱਥੇ ਸੰਗਤ ਦੇ ਦਰਸ਼ਨ ਅਸੀਂ ਕੀਤੇ ਨੇ। ਪਦ ਪੂਜਹਿ ਕਰ ਪ੍ਰੀਤ ਵਿਸ਼ੇਖੀ। ਉਹ ਜੋ ਸੰਗਤਾਂ ਸੀ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਪੂਜਦੀਆਂ ਸਨ ਬੜੇ ਪ੍ਰੇਮ ਦੇ ਨਾਲ। ਦਸਤਗੀਰ ਸੁਨ ਅਦਭੁਤ ਬਾਣੀ। ਇਹ ਦਸਤਗੀਰ ਪੀਰ ਆਪਣੇ ਲੜਕੇ ਤੋਂ ਹੈਰਾਨੀ ਵਾਲੇ ਬਚਨ ਸੁਣ ਕੇ ਬਿਸਮ ਰਹਿਓ ਕਛ ਜਾਤ ਨ ਜਾਣੀ। ਹੈਰਾਨ ਹੋ ਕੇ ਅਸਚਰਜ ਹੋ ਗਿਆ ਤੇ ਕਹਿੰਦਾ ਜਾਣੀ ਨਹੀਂ ਜਾਂਦੀ, ਕੋਈ ਗੱਲ ਸਮਝੀ ਨਹੀਂ ਜਾਂਦੀ। ਇਹ ਠਾਂ ਕਟਿਕਾ ਬੀਤੀ ਦੋ। ਕਹਿੰਦਾ ਇੱਥੇ ਤੇ ਸਾਰੀਆਂ 2 ਘੜੀਆਂ ਬੀਤੀਆਂ ਹਨ। ਬੈਠੇ ਰਹੇ ਉੱਠੇ ਨਹਿ ਕੋ। ਅਸੀਂ ਬੈਠੇ ਹੀ ਰਹੇ, ਇਹਨਾਂ ਨੂੰ ਉਡੀਕਦੇ ਰਹੇ, ਕੋਈ ਉੱਠਿਆ ਹੀ ਨਹੀਂ, ਸਿਰਫ 2 ਘੜੀਆਂ ਲੰਘੀਆਂ ਹਨ। ਬਰਖ ਅਗਨ ਇਹ ਕਹਿਤ ਬਿਤਾਏ। ਪਰ ਇਹ ਲੜਕਾ ਮੇਰਾ ਕਹਿ ਰਿਹਾ ਕਿ ਅਣਗਿਣਤ ਹੀ ਬਰਖ ਅਣਗਿਣਤ ਸਾਲ ਅਸੀਂ ਉੱਤੇ ਰਹਿ ਕੇ ਆਏ ਹਾਂ। ਇਹ ਵੀ ਸਾਧ ਸੰਗਤ ਜੀ ਜਿਹੜਾ ਭੇਦ ਹੈ ਨਾ, ਇਹ ਵੀ ਨਾਮ ਸਿਮਰਨ ਦੇ ਨਾਲ ਹੀ ਸਮਝ ਆ ਸਕਦਾ। ਇਹ ਵੀ ਸਮਝਾਇਆ ਸਮਝ ਨਹੀਂ ਆ ਸਕਦਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਥੇ 2 ਘੜੀਆਂ ਸਮਾਂ ਬੀਤਿਆ ਹੋਵੇ ਇਸ ਧਰਤੀ ਤੇ ਉੱਪਰ ਮਹਾਰਾਜ ਲੱਖਾਂ ਹੀ ਸੋ ਪਤਾਲ ਦਿਖਾਉਂਦਿਆਂ ਹੋਇਆਂ ਕਈ 100 ਸਾਲ ਬਿਤਾ ਆਏ ਨੇ। ਇਹ ਭੇਦ ਜਿਹੜਾ ਹੈ ਇਹ ਵੀ ਬਹੁਤ ਅਨੋਖਾ ਤੇ ਕੁਦਰਤੀ ਭੇਦ ਹੈ। ਪਰ ਭਾਈ ਗੁਰਦਾਸ ਸਾਹਿਬ ਦੀ ਜਿਹੜੀ ਗਵਾਹੀ ਸਾਨੂੰ ਮਿਲਦੀ ਹੈ ਉਹ ਸਿੱਖ ਪੰਥ ਦੇ ਪਾਸ ਬੜੀ ਵੱਡੀ ਜਾਇਦਾਦ ਹੈ ਸਾਂਭ ਕੇ ਰੱਖਣ ਵਾਲੀ। ਅਗਰ ਕਿਤੇ ਉਹ ਗਵਾਹੀ ਨਾ ਮਿਲਦੀ ਹੁੰਦੀ ਤੇ ਹੋ ਸਕਦਾ ਸੀ ਸਾਖੀ ਦਾ ਕੋਈ ਖੰਡਨ ਕਰ ਦਿੰਦਾ।
ਇਸ ਲਈ ਉਹ ਕਹਿ ਰਿਹਾ ਹੈ ਕਿ ਇੱਥੇ ਦੋ ਘੜੀਆਂ ਬੀਤੀਆਂ ਨੇ, ਉਧਰ ਇੰਨਾ ਲੰਬਾ ਸਮਾਂ ਜਿਹੜਾ ਹੈ ਉਹ ਬਿਤਾ ਕੇ ਆਏ ਨੇ, ਇਹ ਦੱਸ ਰਹੇ ਨੇ। ਸੋ ਇਸ ਅਧਿਆਏ ਦੇ ਅਖੀਰ ਵਿੱਚ ਜਿਹੜੇ ਜੋ ਕੁਝ ਪਦੇ ਸਾਧ ਸੰਗਤ ਜੀ ਬਚਦੇ ਨੇ, ਅਖੀਰ ਤੇ ਫਿਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਿੱਗ ਗਿਆ। ਦਸਤਗੀਰ ਪੀਰ ਕਹਿੰਦਾ, ਮੈਂ ਵੀ ਤੁਹਾਨੂੰ ਖੁਦਾ ਦਾ ਤਨ ਜਾਣ ਲਿਆ ਹੈ, ਤੁਸੀਂ ਮੇਰੇ ਤੋਂ ਜਿਹੜੀ ਅਵੱਗਿਆ ਹੋਈ ਹੈ ਉਹਦੀ ਖਿਮਾ ਕਰ ਦਿਓ। ਹੁਣ ਇੱਥੇ ਦਿੱਤੀ ਤਰਤੀਬ ਦੇ ਮੁਤਾਬਕ ਤਦ ਤੱਕ ਉਹ ਜਿਹੜੇ ਪੱਥਰ ਮਾਰਨ ਮਹਾਰਾਜ ਜੀ ਨੂੰ ਆਏ ਸੀ, ਉਹਨਾਂ ਦੀਆਂ ਬਾਹਾਂ ਹਾਲੇ ਆਕੜੀਆਂ ਹੀ ਹੋਈਆਂ ਲੱਕੜ ਵਾਂਗ ਉੱਪਰ ਨੂੰ। ਜਦੋਂ ਦਸਤਗੀਰ ਪੀਰ ਨੇ ਆਪ ਸ਼ਰਧਾ ਵਿੱਚ ਆ ਕੇ ਇਹ ਆਖਿਆ ਹੈ ਕਿ ਆਪਣਿਆਂ ਸੇਵਕਾਂ ਨੂੰ ਆਖਿਆ, ਸਾਰੇ ਹੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕੋ। ਜਦੋਂ ਸ਼ਰਧਾ ਮਨ ਵਿੱਚ ਲਿਆਂਦੀ ਹੈ, ਤਦੋਂ ਉਹ ਬਾਹਾਂ ਜਿਹੜੀਆਂ ਨੇ ਉਹ ਪਹਿਲਾਂ ਵਰਗੀਆਂ ਹੋ ਗਈਆਂ, ਅਤੇ ਫਿਰ ਉਹਨਾਂ ਦਾ ਇਹ ਦੁੱਖ ਜਿਹੜਾ ਉਹ ਟਲਿਆ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਫਿਰ ਇੱਥੇ ਲਿਖਿਆ ਹੋਇਆ, ਫਿਰ ਘਰਾਂ ਨੂੰ ਗਏ ਨੇ ਔਰ ਬਗਦਾਦ ਦੇ ਵਾਸੀ ਘਰਾਂ 'ਚੋਂ ਭੇਟਾਵਾਂ ਲੈ ਕੇ ਆਏ ਹੈ, ਸਰਦਾ ਬਣਦਾ ਤਿਲ ਫੁੱਲ ਭੇਟਾ ਲੈ ਕੇ ਆਏ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਭੇਟਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਨੂੰ ਵੀ ਉਪਦੇਸ਼ ਦਿੱਤਾ ਹੈ ਕਿ ਸਤਿਨਾਮ ਸਿਮਰੋ ਜਗਤੇਸਾ, ਸੱਚਾ ਨਾਮ ਪਰਮੇਸ਼ਰ ਦਾ ਸਿਮਰੋ। ਪੱਖਪਾਤ ਮਨ ਦੇ ਵਿੱਚੋਂ ਕੱਢ ਕੇ ਦਰਵੇਸੀ ਔਰ ਫਕੀਰੀ ਦੇ ਜੋ ਸ਼ੁਭ ਗੁਣ ਨੇ, ਪਾਤਸ਼ਾਹ ਨੇ ਕਿਹਾ ਉਹ ਧਾਰਨ ਕਰਕੇ ਅਸਲੀ ਦਰਵੇਸ਼ ਬਣੋ। ਮਹਾਰਾਜ ਪਾਤਸ਼ਾਹ ਨੇ ਇਹ ਬਹੁਤ ਵੱਡੀ ਜਿੱਤ ਬਗਦਾਦ ਦੇ ਵਿੱਚ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਨਹੀਂ ਤੇ ਉਸ ਤਰ੍ਹਾਂ ਦੇ ਅਸਥਾਨ 'ਤੇ ਆਮ ਇਨਸਾਨ ਦੀ ਕੀ ਜ਼ਰੂਰਤ ਹੈ ਕਿ ਉੱਥੇ ਜਾ ਕੇ ਉਹਨਾਂ ਦੇ ਦੀਨ ਤੋਂ ਇਲਾਵਾ ਕੋਈ ਉੱਥੇ ਕੋਈ ਗੱਲ ਕਰ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਇਹ ਆਪਣੇ ਦਿਲਾਂ ਦੇ ਵਿੱਚ ਬਹੁਤ ਵੱਡੀ ਫਖਰ ਔਰ ਮਾਣ ਵਾਲੀ ਗੱਲ ਹੋਣੀ ਚਾਹੀਦੀ ਕਿ ਆਪਾਂ ਉਸ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਜਿਨ੍ਹਾਂ ਦੀਆਂ ਇੰਨੀਆਂ ਸਾਧ ਸੰਗਤ ਜੀਓ ਵਡਿਆਈਆਂ ਨੇ। ਕੱਲ੍ਹ ਨੂੰ ਪਾਤਸ਼ਾਹ ਦਾ ਜੋ ਅੱਗੇ ਪ੍ਰਸੰਗ ਆਵੇਗਾ ਉਹ ਆਪਾਂ ਇਸੇ ਮੌਕੇ ਦੇ ਉੱਤੇ ਸਾਧ ਸੰਗਤ ਜੀਓ ਸਾਂਝਾ ਕਰਾਂਗੇ। ਹੁਣ ਸਮਾਂ ਕਥਾ ਦਾ ਸੰਪੂਰਨ ਹੈ। ਆਪ ਸਭ ਸੰਗਤ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।